ਕਾਨੂੰਨ ਵਿਵਸਥਾ ਦਾ ਕਤਲ ਹੈ। ਇਹ ਪੰਜਾਬ ਦੇ ਲਾਅ ਐਂਡ ਆਰਡਰ ਦਾ ਕਤਲ ਹੈ। ਦੇਖੋ ਪੰਜਾਬ ਸਿਕਿਉਰ ਕਿਵੇਂ ਹੋ ਸਕਦਾ ਹੁਣ ਉਹਨੂੰ ਪਹਿਲਾਂ ਤਾਂ ਤੁਹਾਨੂੰ 10 ਸਾਲ ਨਹੀਂ ਚੇਤਾ ਆਇਆ ਵੀ ਉਹਦੇ ਫਾਦਰ ਨੂੰ ਵੀ ਟਿਕਟ ਦਿੱਤੀ ਜਾ ਸਕਦੀ ਹੈ, ਉਹਦੇ ਮਦਰ ਨੂੰ ਵੀ ਟਿਕਟ ਦਿੱਤੀ ਜਾ ਸਕਦੀ ਹੈ। ਸਿੱਧੂ ਮੂਸੇਵਾਲਾ ਨਵਾਂ ਗਾਉਂਦਾ ਇਹਨੂੰ ਟਿਕਟ ਦਿੱਤੀ ਜਾ ਸਕਦੀ ਆ। ਦੇਖੋ ਪਰਿਵਾਰ ਦੇ ਨਾਲ ਅੱਜ ਹਜ਼ਾਰਾਂ ਲੋਕ ਇੱਥੇ ਆਏ ਨੇ ਦੁੱਖ ਸਾਂਝਾ ਕਰਨ, ਪਰ ਮੈਂ ਹਮੇਸ਼ਾ ਜਦੋਂ ਵੀ ਕਿਸੇ ਦੇ ਭੋਗ ਤੇ ਜਾਂ ਕਿਸੇ ਦੇ ਗਮੀ ਤੇ ਜਾਵਾਂ ਉਹਦੇ ਵਿੱਚ ਮੈਂ ਇਹ ਜ਼ਰੂਰ ਕਹਿੰਦਾ ਹੁੰਦਾ ਕਿ ਅਸੀਂ ਲੋਕ ਤੇ ਦੋ ਅਥਰੂ ਸੁੱਟ ਸਕਦੇ ਹਾਂ। ਜਿਹਦੇ ਪਰਿਵਾਰ ਦਾ ਜੀ ਜਾਂਦਾ ਜਾਂ ਮੰਨ ਲਓ ਮੇਰੇ ਘਰ ਚੋਂ ਜਾਵੇ, ਕਿਸੇ ਦੇ ਘਰ ਚੋਂ ਵੀ ਰੱਬ ਨਾ ਕਰੇ ਜਾਵੇ, ਦੁੱਖ ਉਹਨੂੰ ਹੀ ਪਤਾ ਲੱਗਦਾ। ਔਰ ਮਤਲਬ ਥੋੜੇ ਦਿਨ ਇਹਦੇ ਉੱਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਮੈਂ ਕਹਿੰਦਾ ਕਿ ਜੇ ਉਹ ਐਡਾ ਵੱਡਾ ਸਰਮਾਇਆ ਜਾਂ ਐਡਾ ਵੱਡਾ ਹੀਰਾ ਪੰਜਾਬ ਨੇ ਤਿਆਰ ਕੀਤਾ ਸੀਗਾ ਤੇ ਉਹਨੂੰ ਕੋਈ ਯਾਦ ਵੀ ਰੱਖਣਾ ਚਾਹੀਦਾ, ਉਹਦੀ ਕੋਈ ਯਾਦਗਾਰ ਵੀ ਬਣਨੀ ਚਾਹੀਦੀ ਹੈ। ਉਹਦੀਆਂ ਜਿਹੜੀਆਂ ਮਤਲਬ ਉਹਦੇ ਕਈ ਬੋਲ ਇਹੋ ਜਿਹੇ ਨੇ ਮਤਲਬ ਜਿਹੜੇ ਉਹ ਬੋਲਦਾ ਸੀਗਾ ਜਿਹਦੇ ਤੋਂ ਬੰਦੇ ਦਾ ਅੰਦਰ ਖੂਨ ਖੌਲਦਾ ਸੀਗਾ, ਜ਼ਮੀਰ ਜਾਗਦਾ ਸੀਗਾ। ਉਹਨਾਂ ਚੀਜ਼ਾਂ ਦੇ ਉੱਤੇ ਮੈਂ ਨੌਜਵਾਨਾਂ ਨੂੰ ਕਹੂੰਗਾ ਕਿ ਪਹਿਰਾ ਵੀ ਦੇਣਾ ਚਾਹੀਦਾ। ਔਰ ਕੇਵਲ ਇਹ ਨਹੀਂ ਕਿ ਜਿਵੇਂ ਬਹੁਤ ਸਾਰੇ ਮਤਲਬ ਇਹੋ ਜਿਹੇ ਹਾਦਸੇ ਹੁੰਦੇ ਨੇ ਔਰ ਲੋਕ ਉੱਥੇ 5-10 ਦਿਨ ਤੇ ਬੜਾ ਮਤਲਬ ਤਾਮਝਾਮ ਲੱਗਦਾ, ਬੜੇ ਪੋਲੀਟੀਸ਼ੀਅਨ ਆਉਂਦੇ ਨੇ, ਇਸ ਤਰ੍ਹਾਂ ਹੀ ਮਤਲਬ ਫੋਟੋਆਂ ਖਿਚਾ ਲੀਆਂ ਤੇ ਆਪਣੀ ਇੰਟਰਵਿਊਜ਼ ਕਰ ਲੀਆਂ, ਪਰ ਉਸ ਤੋਂ ਬਾਅਦ ਉਹਦੀ ਕੀ ਦੇਣ ਸੀਗੀ, ਕਿਸ ਤਰੀਕੇ ਉਹਨੂੰ ਯੂਜ਼ ਕੀਤਾ ਗਿਆ। ਜਿਵੇਂ ਅੱਜ ਕਿਹਾ ਕਿ ਹਾਈ ਕੋਰਟ ਦੇ ਜੱਜ ਮੇਰੇ ਖਿਆਲ 2 ਸ਼ਰਤਾਂ ਉਹਨਾਂ ਮੰਨ ਲੀਆਂ ਨੇ ਜੀ ਸਰਕਾਰ ਨੇ। ਇੱਕ ਹਾਈ ਕੋਰਟ ਦੇ ਜੱਜ ਜਿਹੜੇ ਸਿਟਿੰਗ ਜੱਜ ਇਹਦੀ ਜਾਂਚ ਕਰਨਗੇ ਔਰ ਦੂਜੀ ਇੱਕ ਸ਼ਰਤ ਇਹਨਾਂ ਦੀ ਹੋਰ ਮੰਨੀ ਹੈ, ਤੀਜੀ ਸਿਕਿਉਰਿਟੀ ਵਾਲੀ ਕੋਈ ਰਹਿ ਗਈ ਹੈ ਜੀ, ਸਿਕਿਉਰਿਟੀ 'ਚ ਕਮੀ ਕਿਵੇਂ ਆਈ। ਮੈਂ ਕਹਿਣਾ ਚਾਹੁੰਦਾ ਕਿ ਇਹਦੇ ਉੱਤੇ ਇਹ ਵੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ। ਮੈਨੂੰ ਸੁਣਨ ਚ ਆਉਂਦਾ, ਮੈਂ ਕੋਈ ਮਤਲਬ ਕੋਈ ਅੰਤਰਜਾਮੀ ਨਹੀਂ, ਕੋਈ ਮੈਂ ਨਜੂਮੀ ਨਹੀਂ, ਇਹ ਵੀ ਆਉਂਦਾ ਸੀਗਾ ਕਿ ਐਡਾ ਵੱਡਾ ਸੈਲੀਬ੍ਰਿਟੀ ਉਹਨੂੰ ਕਿਸ ਸਾਜ਼ਿਸ਼ ਦੇ ਤਹਿਤ ਤੁਸੀਂ ਸਿਆਸਤ ਚ ਲੈਣ ਦਾ, ਸਿਆਸਤ ਚ ਬੰਦਾ ਕਿਉਂ ਆਉਂਦਾ? ਜਾਂ ਤੇ ਆਉਂਦਾ ਉਹ ਸੇਵਾ ਕਰਨ ਲਈ, ਜਾਂ ਆਉਂਦਾ ਪੈਸੇ, ਜੋ ਅੱਜ ਕੱਲ ਦੇ ਪੋਲੀਟੀਸ਼ੀਅਨ ਦਾ ਰਵੱਈਆ, ਜਾਂ ਪੈਸੇ ਕਮਾਉਣ ਲਈ ਤੇ ਜਾਂ ਆਪਣਾ ਤਾਮਝਾਮ ਖੜਾ ਕਰਨ ਲਈ। ਉਹ ਸਾਰੀਆਂ ਚੀਜ਼ਾਂ ਹੀ ਉਹਦੇ ਕੋਲ ਬਹੁਤ ਸੀਗੀਆਂ। ਤਾਕਤ ਵੀ, ਉਹ ਤਾਕਤ ਜਦੋਂ ਬੰਦੇ ਦੇ ਮਗਰ ਇੰਨਾ ਯੂਥ ਲੱਖਾਂ ਦੀ ਗਿਣਤੀ ਚ ਹੋਵੇ, ਕਰੋੜਾਂ ਉਹਦੇ ਫਾਲੋਅਰ ਸੀਗੇ, ਉਹਨੂੰ ਕੀ ਤੁਹਾਡੀ ਕਮੀ ਸੀਗੀ ਕਿ ਤੁਸੀਂ ਮੈਨੂੰ ਸਭ ਤੋਂ ਵੱਧ ਦੁੱਖ ਇਹ ਲੱਗਦਾ ਕਿ ਇੱਕ ਸੀਟ ਦੀ ਖਾਤਰ ਤੁਸੀਂ ਇਹੋ ਜਿਹੀਆਂ ਬਲੀਆਂ ਦਿੰਦੇ ਹੋ। ਉਹਨੂੰ ਸਿਆਸਤ 'ਚ ਲਿਆਉਣ ਦੀ ਕੀ ਲੋੜ ਸੀ? ਉਹਨੂੰ ਵੈਸੇ ਤੁਸੀਂ ਮਤਲਬ ਇਸ ਸੂਬੇ ਲਈ ਤੁਸੀਂ ਵਰਤਦੇ, ਆਪਣੀ ਤੁਸੀਂ ਪਾਰਟੀ ਲਈ ਮਤਲਬ ਇੱਕ ਚੰਗਾ ਮੈਸੇਜ ਯੂਥ ਨੂੰ ਦੇਣ ਲਈ ਵਰਤ ਲੈਂਦੇ। ਮਤਲਬ ਇਹੋ ਜਿਹੀਆਂ ਕਮੀਆਂ ਪੇਸ਼ੀਆਂ ਐਂਡ ਤੱਕ ਇਹ ਜਾਂਚ ਹੋਣੀ ਚਾਹੀਦੀ ਆ ਕਿ ਏਡੇ ਵੱਡੇ ਕੱਦ ਦੇ ਬੰਦੇ ਨੂੰ, ਜਿਹਦਾ ਆਪਣੇ ਖੇਤਰ 'ਚ ਬੜਾ ਨਾਂ ਸੀਗਾ, ਆਪਣੇ ਖਿੱਤੇ ਦੇ ਵਿੱਚ ਹੀ, ਉਹਨੂੰ ਦੁਬਾਰਾ ਇੱਧਰ ਜਿਹੜਾ ਪ੍ਰੋਫੈਸ਼ਨ ਹੀ ਏਡਾ ਬਦਨਾਮ ਹੈ ਪੋਲੀਟੀਸ਼ੀਅਨ ਦਾ, ਮਤਲਬ ਇੰਨੇ ਘਟੀਆ ਇਹਨਾਂ ਨੂੰ ਗਿਣਿਆ ਜਾਂਦਾ ਹੈ ਕਿ ਤੁਸੀਂ ਉਸ ਖਿੱਤੇ 'ਚ ਉਹਨੂੰ ਲਿਆਉਣ ਦੀ ਕੋਸ਼ਿਸ਼ ਕੋਈ ਕੀਤੀ, ਕਿਤੇ ਉਹਨੂੰ ਡੀਫੇਮ ਕਰਨ ਲਈ ਤਾਂ ਨਹੀਂ। ਦੂਜੀ ਚੀਜ਼, ਇੱਕ ਸਵਾਲ ਬਾਰ-ਬਾਰ ਕੀਤਾ ਜਾ ਰਿਹਾ ਕਿ ਸਿਕਿਉਰਿਟੀ ਸਰਕਾਰ ਨੂੰ ਮੈਂ ਵੀ ਅਪੀਲ ਕੀਤੀ ਸੀ ਕਿ ਜਿੰਨੇ ਗਨਮੈਨ ਲਈ ਫਿਰਦੇ ਨੇ ਵੱਡੇ ਲੋਕ, ਜਿਹੜੇ ਮਤਲਬ ਵੱਡੇ ਪੋਲੀਟੀਸ਼ੀਅਨ ਰਹੇ ਨੇ, ਉਹ ਗਨਮੈਨਾਂ ਕੋਲੋਂ ਪੱਠੇ ਤੱਕ ਪਵਾਉਂਦੇ ਨੇ, ਮਤਲਬ ਇਹੋ ਜਿਹੇ ਕੰਮ ਵੀ ਪਾਣੀ ਪਿਆਉਣ ਵਾਲੇ ਕੀਤੇ ਜਾਂਦੇ ਨੇ, ਉਹਨਾਂ ਕੋਲੋਂ ਤੇ ਵਾਪਸ ਹੋਣੇ ਚਾਹੀਦੇ ਸੀਗੇ। ਬਟ ਇਹਦੇ ਨਾਲ ਸਕਰੂਟਨੀ ਹੋਣੀ ਚਾਹੀਦੀ ਸੀ, ਉਹਦੀ ਚੈਕਿੰਗ ਹੋਣੀ ਚਾਹੀਦੀ ਸੀ, ਉਹਦੀ ਜਾਂਚ ਹੋਣੀ ਚਾਹੀਦੀ ਸੀ ਕਿ ਕਿੰਨੂੰ ਲੋੜ ਹੈ, ਉਹਦੇ ਕੋਲ ਰਹਿਣੇ ਵੀ ਚਾਹੀਦੇ ਸੀਗੇ। ਪਰ ਸਿਰਫ ਇੱਕ ਮੁੱਦਾ ਬਣਾਉਣ ਲਈ, ਲੋਕਾਂ ਦੇ ਵਿੱਚ ਆਪਣੇ ਨੰਬਰ ਬਣਾਉਣ ਲਈ ਕਿ ਗਨਮੈਨ ਇੰਨੇ ਬੰਦਿਆਂ ਦੇ ਵਾਪਸ ਲੈ ਲਏ। ਤੁਸੀਂ ਦੇਖਿਆ ਹੀ ਨਹੀਂ ਯਾਰ ਉਹਨੂੰ ਕਿੰਨਾ ਥ੍ਰੈਟ ਹੈ। ਮਤਲਬ ਆਮ ਤੌਰ ਤੇ ਉਹਦੀ ਲੜਾਈ ਇੱਕ ਦੂਜੇ ਨਾਲ, ਜਿਹੜੇ ਮਤਲਬ ਉਹਦੇ ਪ੍ਰੋਫੈਸ਼ਨ ਦੇ ਕਹਿ ਲਓ ਜਾਂ ਕਿਸੇ ਤਰੀਕੇ ਦੇ ਵੀ ਲੋਕ ਕਹਿ ਲਓ, ਚੱਲਦੀ ਰਹਿੰਦੀ ਸੀ। ਉਹਦੇ ਕੋਲੋਂ ਗਨਮੈਨ ਵਾਪਸ ਲੈਣ ਦੀ ਕੀ ਲੋੜ ਸੀਗੀ ਜੇ 4 ਬੰਦੇ ਸੀਗੇ ਤੇ ਰਹਿੰਦੇ ਉਹਦੇ ਕੋਲ। ਦੂਜੀ ਚੀਜ਼ ਮੈਂ ਵੀ ਕਹਿਣਾ ਚਾਹੁੰਦਾ ਕਿ ਸਿਕਿਉਰਿਟੀ ਦੀ ਲੋੜ ਨਹੀਂ। ਤੁਸੀਂ ਇਹ ਦੇਖੋ ਪੰਜਾਬ ਸਿਕਿਉਰ ਕਿਵੇਂ ਹੋ ਸਕਦਾ ਹੁਣ? ਇਹ ਕੱਲ ਨੂੰ ਕੁਝ ਆਵਾਜ਼ ਚੁੱਕਣਗੇ ਤੇ ਕੀ ਗੱਲ ਇਹਨਾਂ ਨੂੰ ਗਨਮੈਨਾਂ ਦੀ ਲੋੜ ਪੈ ਜੂਗੀ? ਇਹ ਕੋਈ ਆਵਾਜ਼ ਚੁੱਕੂਗਾ ਜਾਂ ਤੁਸੀਂ ਕੋਈ ਆਪਣੇ ਚੈਨਲ ਦੇ ਉੱਤੇ ਕੋਈ ਮੁੱਦਾ ਦਿਖਾਓਗੇ ਪੰਜਾਬ ਨਾਲ ਰਿਲੇਟਡ ਤੇ ਵੱਡੇ ਲੋਕਾਂ ਦੇ ਖਿਲਾਫ ਹੋਊਗਾ ਤੇ ਕੱਲ ਨੂੰ ਤੁਸੀਂ ਵੀ ਕਹੋਗੇ ਗਨਮੈਨ। ਤੁਸੀਂ ਸੂਬੇ ਨੂੰ ਸਿਕਿਉਰ ਇਸ ਤਰੀਕੇ ਕਰੋ ਕਿ ਜਿਹੜੇ ਲੋਕ ਮਾੜੇ ਅਨਸਰ ਨੇ ਉਹਨਾਂ ਦੇ ਵਿੱਚ ਦਹਿਸ਼ਤ ਇੰਨੀ ਹੋਣੀ ਚਾਹੀਦੀ, ਉਹ ਹੈ ਹੀ ਨਹੀਂ। ਮਤਲਬ ਕਿਸੇ ਤਰੀਕੇ ਪੁਲਿਸ ਦੀ ਕੋਈ ਪਰਵਾਹ ਹੀ ਨਹੀਂ ਕੀਤੀ ਜਾਂਦੀ। ਅੱਜ ਮੇਰੇ ਖਿਆਲ ਜਲੰਧਰ ਦੇ ਵਿੱਚ ਕਿਸੇ ਸਬ ਇੰਸਪੈਕਟਰ ਨੂੰ ਮਾਰ ਦਿੱਤਾ ਜੀ। ਮਤਲਬ ਇਸ ਤਰੀਕੇ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਔਰ ਬਿਲਕੁਲ ਸਰਕਾਰ ਦਾ ਜਿਹੜਾ ਫੇਲੀਅਰ ਹੈ, ਮਤਲਬ ਫੇਲ ਹੈ। ਮੈਂ ਸ਼ੁਰੂ ਤੋਂ ਵੀ ਇਹ ਗੱਲ ਕਹਿੰਦਾ ਸੀ, ਜਦੋਂ ਮੇਰੇ ਨਾਲ ਆਮ ਆਦਮੀ ਪਾਰਟੀ ਨੇ ਮੀਟਿੰਗਸ ਕੀਤੀਆਂ, ਮੈਂ ਉਹਨਾਂ ਨੂੰ ਇੱਕੋ ਸ਼ਰਤ ਰੱਖੀ ਸੀ ਕਿ ਤੁਹਾਡਾ ਮੁੱਖ ਮੰਤਰੀ ਕੌਣ ਹੈ? ਔਰ ਉਹ ਲੋਕ ਭਗਵੰਤ ਮਾਨ ਤੇ ਪਹਿਲਾਂ ਆਉਂਦੇ ਹੀ ਨਹੀਂ ਸੀ। ਤੇ ਭਗਵੰਤ ਮਾਨ, ਮੈਂ ਵੀ ਉਹਨਾਂ ਨੂੰ ਕਿਹਾ ਸੀਗਾ ਕਿ ਭਗਵੰਤ ਮਾਨ ਇੱਕ ਕਰਾਊਡ ਪੁੱਲਰ ਹੈ। ਮੈਂ ਵੀ ਗੱਲਾਂ ਕਰਦਾ, 4 ਲੋਕ ਮੈਨੂੰ ਸੁਣਨ ਲਈ ਖਲੋ ਜਾਣਗੇ। ਇਹਦਾ ਮਤਲਬ ਇਹ ਨਹੀਂ ਕਿ ਮੈਂ ਸੂਬਾ ਚਲਾ ਸਕਦਾ, ਮੈਂ ਸ਼ਹਿਰ ਨੂੰ ਚਲਾ ਸਕਦਾ, ਮੈਂ ਪੂਰੀ ਐਡਮਿਨਿਸਟ੍ਰੇਸ਼ਨ ਦੇ ਉੱਤੇ ਕਾਬੂ ਕਰ ਸਕਦਾ। ਉਹਦੇ ਲਈ ਇੱਕ ਸੁਲਝਿਆ ਤੇ ਮਤਲਬ ਬੜਾ ਦ੍ਰਿੜ ਬੰਦਾ ਸੂਬਾ ਚਲਾਉਣ ਲਈ ਵੀ ਚਾਹੀਦਾ ਵਾ, ਜਿਹੜਾ ਅਜੇ ਤੱਕ ਉਹਨਾਂ ਨੂੰ ਮਿਲਿਆ ਹੀ ਨਹੀਂ। ਔਰ ਤੁਸੀਂ ਸੂਬੇ ਦੇ ਹਾਲਾਤ ਦੇਖੋ, ਇੱਕ ਵੀ
ਇੱਕ ਵੀ ਜਿਹੜੀ ਇਹਨਾਂ ਵਾਅਦਾ ਕੀਤਾ ਸੀ ਮੈਨੂੰ ਪੂਰਾ ਹੁੰਦਾ, ਤੁਸੀਂ ਇੱਕ ਵੀ ਵਾਅਦਾ ਦੱਸ ਦਿਓ। ਚਾਹੇ ਉਹ ਪੈਨਸ਼ਨਾਂ ਘਟਾਉਣੀਆਂ ਸੀਗੀਆਂ, ਉਹ ਮੇਰੇ ਖਿਆਲ ਗਵਰਨਰ ਨੇ ਉਹ ਬਿੱਲ ਜਿਹੜਾ ਰੋਕ ਦਿੱਤਾ। ਮਤਲਬ ਸਿਰਫ ਹਵਾ 'ਚ ਤੀਰ ਘਮਾਉਣ ਲਈ ਕਿ ਅਸੀਂ ਬਿਜਲੀ ਦਾ ਵਾਅਦਾ ਕਹਿੰਦੇ ਪੂਰਾ ਕਰਤਾ ਸੀ। ਬਿਜਲੀ ਦਾ ਵਾਅਦਾ ਤੁਸੀਂ ਦੇਖੋ, ਬਿਜਲੀ 'ਚ ਇੰਨੀ ਇਹਨਾਂ ਦੀ, ਚਲੋ ਇਹ ਮੁੱਦੇ ਇੱਥੇ ਗੱਲ ਕਰਨ ਵਾਲੀ ਨਹੀਂ, ਆਪਾਂ ਫਿਰ ਕਿਤੇ ਮਤਲਬ ਗੱਲ ਕਰ ਲਾਂਗੇ। ਬਿਜਲੀ ਵਿੱਚ ਵੀ ਇੰਨੀ ਨਮੋਸ਼ੀ ਇਹਨਾਂ ਦੀ ਹੋਈ ਕਿ ਇਸ ਕੈਟਾਗਰੀ ਨੂੰ ਆ, ਇਸ ਕੈਟਾਗਰੀ ਨੂੰ ਆ। ਇਦਾਂ ਥੋੜੀ ਹੈ ਯਾਰ, ਸੂਬਾ ਇੱਕ ਹੈ, ਮਤਲਬ ਇੱਕ ਸਾਰਤਾ ਦੇ ਨਾਲ ਇੱਕ ਪਾਸੇ ਤੇ ਤੁਸੀਂ ਪ੍ਰਚਾਰ ਇਹ ਕਰਦੇ ਹੋ ਇਹਨੂੰ ਇੱਕ ਸਾਰਤਾ ਦੇ ਨਾਲ ਦੇਖਿਆ ਜਾਵੇ। ਹਾਈ ਕੋਰਟ ਤੱਕ ਇਹ ਆਦੇਸ਼ ਕਰ ਰਹੀ ਹੈ, ਇਹ ਹੁਕਮ ਕਰ ਰਹੀ ਹੈ ਕਿ ਜਦੋਂ ਥਾਣੇ 'ਚ ਵੀ ਪਰਚਾ ਦਰਜ ਕੀਤਾ ਜਾਂਦਾ ਤੇ ਉੱਥੇ ਕਿਸੇ ਦੀ ਜਾਤ ਤੇ ਮਤਲਬ ਧਰਮ ਨਾ ਲਿਖਿਆ ਜਾਵੇ, ਤੇ ਤੁਸੀਂ ਲੋਕਾਂ ਨੂੰ ਜਾਤਾਂ ਪਾਤਾਂ ਦੇ ਵਿੱਚ ਵੰਡਦੇ ਹੋ। ਦੂਜੀ ਚੀਜ਼, ਮੈਂ ਇੱਕ ਚੀਜ਼ ਤੁਹਾਨੂੰ ਸਪਸ਼ਟ ਕਰ ਦੇਣੀ ਚਾਹੁੰਦਾ ਕਿ ਸੂਬੇ 'ਚ ਬਹੁਤ ਇਹ ਤੇ ਬੜਾ ਮਤਲਬ ਘਿਨਾਉਣਾ ਕਤਲ ਹੋਇਆ ਨਾ। ਇਹ ਸਿੱਧੂ ਮੂਸੇਵਾਲੇ ਦਾ ਕਤਲ ਨਹੀਂ ਹੈ, ਇਹ ਕਾਨੂੰਨ ਵਿਵਸਥਾ ਦਾ ਕਤਲ ਹੈ, ਇਹ ਪੰਜਾਬ ਦੇ ਲਾਅ ਐਂਡ ਆਰਡਰ ਦਾ ਕਤਲ ਹੈ। ਹੋਰ ਕਿੰਨੀਆਂ ਮੌਤਾਂ ਪੰਜਾਬ ਦੇ ਵਿੱਚ ਨਸ਼ਿਆਂ ਨਾਲ ਹੋ ਰਹੀਆਂ ਨੇ। ਮੈਂ ਪਹਿਲਾਂ ਵੀ ਬੋਲ ਕੇ ਦੱਸਿਆ ਕਿ ਇੱਕ ਵੀ ਮੌਤ ਮੈਨੂੰ ਪੰਜਾਬ ਦੇ ਵਿੱਚ ਨਸ਼ੇ ਦੀ ਕਮੀ ਦੇ ਨਾਲ ਦੱਸ ਦਿਓ ਹੋਵੇ। ਹਮੇਸ਼ਾ ਜਿਹੜੀ ਮੌਤ ਹੁੰਦੀ ਉਹ ਨਸ਼ੇ ਦੀ ਓਵਰਡੋਜ਼ ਨਾਲ ਹੁੰਦੀ ਹੈ। ਤੁਸੀਂ ਕਿੱਦਾਂ ਕਹਿੰਦੇ ਕਿ ਨਸ਼ਾ ਘਟ ਗਿਆ, ਨਸ਼ਾ ਅਸੀਂ ਫੜ ਲਿਆ, ਨਸ਼ਾ ਖਤਮ ਕਰ ਦਿੱਤਾ। ਦੂਜੀ ਚੀਜ਼ ਮੈਂ ਸਪਸ਼ਟ ਕਰਨੀ ਚਾਹੁੰਦਾ ਦੇਸ਼ ਦੀ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ, ਜੇ ਕਿਤੇ ਮੇਰੀ ਆਵਾਜ਼ ਸੁਣਨ, ਕਿ ਤੁਹਾਡਾ ਨਸ਼ਾ ਫੜਿਆ ਨਹੀਂ ਮੁੱਕ ਸਕਦਾ, ਤੁਹਾਡਾ ਨਸ਼ਾ ਸਖਤੀ ਨਾਲ ਨਹੀਂ ਮੁੱਕ ਸਕਦਾ। ਤੁਹਾਡਾ ਨਸ਼ਾ ਉਦੋਂ ਮੁੱਕਣਾ ਜਦੋਂ ਨੌਜਵਾਨਾਂ ਕੋਲ ਰੁਜ਼ਗਾਰ ਹੋਊਗਾ, ਉਹਨਾਂ ਦਾ ਧਿਆਨ ਆਪਣੇ ਕੰਮਕਾਰ ਵੱਲ ਹੋਊਗਾ, ਆਪਣੇ ਕੰਮ ਧੰਦੇ ਵੱਲ ਹੋਊਗਾ। ਜਦੋਂ ਬੱਚਾ ਵਿਹਲਾ, ਉਹਨੂੰ ਘਰ ਕੰਮ ਨਹੀਂ ਮਿਲਦਾ, ਉਹ ਉਸ ਤੋਂ ਬਾਅਦ ਉਹਦੇ ਦਿਮਾਗ ਤੇ ਪ੍ਰੈਸ਼ਰ ਬਣਦਾ। ਕਿੰਨੇ ਬੱਚੇ BA MA ਕਰਕੇ ਤੁਸੀਂ ਦੇਖਿਆ ਕਿ ਕਿੰਨਾ ਮਤਲਬ ਭਾਰੀ ਮਾਤਰਾ ਦੇ ਵਿੱਚ ਨਸ਼ਾ ਕਰਦੇ ਨੇ, ਉਹ ਡਿਪਰੈਸ਼ਨ 'ਚ ਜਾਂਦੇ ਨੇ। ਉਹ ਤੋਂ ਜਦੋਂ ਲੋਕਾਂ ਨੂੰ ਕਾਰੋਬਾਰ ਮਿਲਣਾ ਸ਼ੁਰੂ ਹੋ ਜਾਊਗਾ, ਕਾਰੋਬਾਰ ਤੇ ਸਾਰੇ ਹੀ ਖਾ ਗਏ ਯਾਰ। ਮਤਲਬ ਇਹਨਾਂ ਰੇਤਾ ਕਿਹਾ ਸੀਗਾ, ਅੱਜ ਤੁਹਾਨੂੰ ਰੇਤਾ ਸਸਤੀ ਮਿਲ ਰਹੀ ਹੈ। 2 ਮਹੀਨੇ 'ਚ ਉਹਨਾਂ ਕੋਲ ਪਾਲਿਸੀ ਨਹੀਂ ਬਣੀ। ਔਰ ਸ਼ਰਾਬ ਤੇ ਤੁਸੀਂ ਸਾਰਾ ਕੰਮ ਕਰ ਰਹੇ ਹੋ ਕਿ ਸ਼ਰਾਬ ਘੱਟ ਰੇਟ ਤੇ ਮਿਲੂਗੀ, ਸ਼ਰਾਬ ਸਸਤੇ ਰੇਟ ਤੇ ਮਿਲੂਗੀ। ਮਤਲਬ ਗੂੰਗੇ ਬੋਲੇ ਹੋਈ ਜਾਓ, ਸ਼ਰਾਬ ਪੀ ਜਾਓ। ਇਹੋ ਜਿਹੇ ਕੰਮਾਂ ਦੇ ਉੱਤੇ ਇਹਨਾਂ ਨਾਲੋਂ ਤਾਂ ਫਿਰ ਪਿਛਲੇ ਚੰਗੇ ਸੀਗੇ ਉਹ ਦੋਵੇਂ। ਅਸੀਂ ਉਹਨਾਂ ਨਾਲ ਹੀ ਉਹਨਾਂ ਦੀ ਗਵਾਹੀ ਦੇ ਵਿੱਚ ਹੀ ਰਹਿ ਲੈਂਦੇ। ਮਤਲਬ ਸੂਬੇ ਦੇ ਹਾਲਾਤ ਜਿਹੜੇ ਨੇ ਉਹ ਬਦ ਤੋਂ ਬੱਤਰ ਹੁੰਦੇ ਜਾ ਰਹੇ ਨੇ। ਔਰ ਜਿੰਨੇ ਵੀ ਗੈਂਗਸਟਰ ਨੇ ਜਾਂ ਜਿਹੜੇ ਵੀ ਇਸ ਪਾਸੇ ਲੋਕ ਪਏ ਨੇ, ਮੈਂ ਤੁਹਾਡੇ ਮਾਧਿਅਮ ਰਾਹੀਂ ਉਹਨਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਕੋਈ ਵੀ ਇਨਵੈਸਟਰ ਆਉਣ ਨੂੰ ਤਿਆਰ ਨਹੀਂ। ਪੰਜਾਬ ਦੇ ਇਹੋ ਜਿਹੇ ਮਾਹੌਲ ਵਿਖਾਏ ਜਾਂਦੇ ਨੇ, ਚਾਹੇ ਉਹ ਪਟਿਆਲੇ ਵਾਲਾ ਇਨਸੀਡੈਂਟ ਹੈ, ਹਿੰਦੂ ਸਿੱਖਾਂ ਵਾਲਾ ਝਗੜਾ, ਚਾਹੇ ਇਸ ਤਰੀਕੇ ਦੇ ਨੇ, ਕੋਈ ਵੀ ਵਪਾਰੀ ਇੱਥੇ ਆਉਣ ਨੂੰ ਤਿਆਰ ਨਹੀਂ। ਬੱਚੇ ਬੇਰੁਜ਼ਗਾਰ ਨੇ, ਬੱਚਿਆਂ ਕੋਲ ਕੰਮ ਨਹੀਂ, ਬੱਚਿਆਂ ਕੋਲ ਰੋਜੀ ਰੋਟੀ ਦਾ ਇੰਤਜ਼ਾਮ ਨਹੀਂ। ਕਾਗਜ਼ਾਂ ਦੇ ਵਿੱਚ ਤੁਸੀਂ ਵਿਖਾ ਦਿੰਦੇ ਹੋ ਕਿ ਪੰਜਾਬ ਦੇ ਸਕੂਲ ਇੰਨੇ ਨੰਬਰ ਤੇ ਆ ਗਏ। ਕੁਝ ਸਕੂਲ ਹੋਣਗੇ, ਤੁਸੀਂ ਮੇਰੇ ਨਾਲ ਕਈ ਪਿੰਡਾਂ 'ਚ ਜਾ ਕੇ ਵੇਖੋ, 700 ਬੱਚਾ ਤੇ 2 ਟੀਚਰ ਨੇ ਯਾਰ। ਮਤਲਬ ਇਹਨਾਂ ਦੇ ਉੱਤੇ ਕੰਮ ਕਰਨ ਦੀ ਲੋੜ ਹੈ। ਮੈਂ ਉਹਨਾਂ ਵੀਰਾਂ ਨੂੰ ਵੀ ਅਪੀਲ ਕਰਦਾ ਕਿ ਮੈਨੂੰ ਨਹੀਂ ਪਤਾ ਤੁਸੀਂ ਕਿਹੜੇ ਹਾਲਾਤਾਂ 'ਚ ਤੁਸੀਂ ਗੈਂਗਸਟਰ ਬਣੇ ਜਾਂ ਤੁਸੀਂ ਕਿਹੜੇ ਹਾਲਾਤਾਂ ਦੇ ਵਿੱਚ ਇਹਨਾਂ ਕੰਮਾਂ ਦੇ ਵਿੱਚ ਤੁਰ ਪਏ। ਅੱਜ ਇਹ ਟਾਰਗੇਟ ਹੋਇਆ ਤੁਹਾਡਾ, ਕੱਲ ਨੂੰ ਕੋਈ ਹੋਰ ਹੋਊਗਾ, ਇਹ ਰੁਕਣਾ ਨਹੀਂ। ਇਹਦੇ ਨਾਲ ਪੰਜਾਬ ਦਾ ਮਾਹੌਲ ਜਿਹੜਾ ਖਰਾਬ ਹੋ ਰਿਹਾ, ਪੰਜਾਬ ਦੀ ਰੋਜੀ ਰੋਟੀ ਨਹੀਂ ਚੱਲ ਰਹੀ, ਪੰਜਾਬ ਦੇ ਬੱਚੇ ਬਾਹਰ ਜਾ ਰਹੇ ਨੇ। ਮੈਂ ਤੁਹਾਨੂੰ ਅਪੀਲ ਕਰਦਾ ਕਿ ਜੇ ਤੁਹਾਡੇ ਵਿੱਚ ਇੰਨਾ ਜਨੂਨ ਹੈ ਮਤਲਬ ਮਰਨ ਮਰਾਉਣ ਦਾ, ਤੇ ਇਸ ਸੂਬੇ ਦੀ ਲੜਾਈ ਲੜੀਏ ਨਾ ਯਾਰ। ਆਪਾਂ ਸੂਬੇ ਦੇ ਕੰਮ ਜਿਹੜੇ ਹੋਣ ਵਾਲੇ ਨੇ ਉਹਨਾਂ ਦੀ ਲੜਾਈ ਲੜੀਏ। ਯੂਥ ਤੁਹਾਨੂੰ ਇਹਨਾਂ ਨਾਲ ਫੋਲੋ ਕਰਦਾ, ਇਹਨੂੰ ਵੀ ਕਰਦਾ। ਮਤਲਬ ਜੇ ਕੋਈ ਮਾੜੇ ਪਾਸੇ ਵੀ ਤੁਰ ਪੈਂਦਾ ਤੇ ਟੀਨੇਜ ਬੱਚੇ ਉਹਨਾਂ ਨੂੰ ਵੀ ਪਸੰਦ ਕਰਨਾ। ਮੈਂ ਤੇ ਅੱਗੇ ਦੱਸ ਰਿਹਾ ਕਿ ਸਵੇਰੇ 10 ਸਾਲ ਦਾ ਬੱਚਾ, ਮੈਨੂੰ ਉਹਦਾ ਫਾਦਰ ਦੱਸ ਰਿਹਾ ਕਿ ਮੇਰਾ ਬੱਚਾ ਹੀ ਨਹੀਂ ਸੁੱਤਾ, ਉਹਨੂੰ ਪਤਾ ਲੱਗ ਗਿਆ ਕਿ ਸਿੱਧੂ ਮੂਸੇਵਾਲੇ ਦੀ ਡੈਥ ਹੋ ਗਈ ਹੈ। ਜਦੋਂ ਬੱਚੇ ਟੀਨੇਜ ਨੇ, ਉਹਨਾਂ ਦੀ ਮਤਲਬ ਸੋਚ ਸਮਝ ਜਦੋਂ ਪੁੰਗਰਦੀ ਹੈ, ਜਦੋਂ ਉਹਨਾਂ ਸੋਚਣਾ ਹੈ, ਉਹ ਇਹੋ ਜਿਹੇ ਲੋਕਾਂ ਨੂੰ ਫੋਲੋ ਕਰ ਰਹੇ ਨੇ। ਤੇ ਇਹ ਬੰਦੇ ਨੇ ਹੁਣ ਮੈਨੂੰ ਲੱਗਦਾ ਕਿ ਜੇ ਸਿਆਸਤ ਜੁਆਇਨ ਕੀਤੀ ਸੀ, ਮੈਂ ਕੱਲੇ ਬੰਦੇ ਨੂੰ ਕਹਿੰਦਾ ਕਿ ਤੁਸੀਂ ਵੀ ਸਿਆਸਤ ਦਾ ਹਿੱਸਾ ਬਣੋ, ਤੁਸੀਂ ਵੀ ਸਿਆਸਤ ਦਾ ਹਿੱਸਾ ਬਣੋ। ਪੋਲਿਟਿਕਸ ਦੇ ਵਿੱਚ ਚੰਗੇ ਬੰਦੇ ਆ ਹੀ ਨਹੀਂ ਰਹੇ, ਤੇ ਇਹ ਜਿਹੜੇ ਡਾਕੂ ਲੋਕ ਨੇ ਸਾਨੂੰ ਲੁੱਟ ਰਹੇ ਨੇ, ਉਹ ਸਿਆਸਤ ਦਾ ਨਵਾਂ ਹਿੱਸਾ ਬਣਿਆ ਸੀਗਾ। ਉਹਨੂੰ ਕਿਸ ਸਾਜ਼ਿਸ਼, ਮੈਂ ਤੇ ਵੀ ਕਿਹਾ ਕਿ ਕਿਸ ਸਾਜ਼ਿਸ਼ ਦੇ ਤਹਿਤ ਉਹਨੂੰ ਪੋਲਿਟਿਕਸ ਜਿਹੜੀ ਉਹ ਜੁਆਇਨ ਕਰਾਈ ਗਈ ਹੈ। ਐਡਾ ਵਧੀਆ ਉਹਦੇ ਪ੍ਰੋਫੈਸ਼ਨ ਦੇ ਵਿੱਚ ਨਾ ਸੀਗਾ। ਜੇ ਹਾਈ ਕੋਰਟ ਦੇ ਸਿਟਿੰਗ ਜੱਜ ਜਾਂਚ ਕਰ ਰਹੇ ਨੇ ਤਾਂ ਬਕਾਇਦਾ ਉਹ ਵੀ ਜਾਂਚ ਹੋਣੀ ਚਾਹੀਦੀ ਹੈ। ਸਾਜ਼ਿਸ਼ ਤਾਂ ਕਹਿ ਰਹੇ ਹੋ, ਪਰ ਜਦੋਂ ਜੁਆਇਨ ਕਰਦੇ ਆ ਕਹਿੰਦੇ ਮਾਨਸਾ ਪਿਛੜਿਆ ਇਲਾਕਾ ਕਿਹਾ ਜਾਂਦਾ ਸੀ। ਮੈਂ ਤਾਂ ਮਾਨਸੇ ਨੂੰ ਅਪਡੇਟ ਕਰਨਾ ਚਾਹੁੰਦਾ। ਮਾਨਸੇ ਦਾ ਨਾਮ ਪੂਰੀ ਦੁਨੀਆ 'ਚ ਰੋਸ਼ਨ ਕੀਤਾ, ਮੂਸੇ ਵਾਲੇ ਦਾ ਨਾਮ ਪੂਰੀ ਦੁਨੀਆ 'ਚ ਰੋਸ਼ਨ ਕੀਤਾ, ਤਾਂ ਹੁਣ ਪੂਰਨ ਤੌਰ ਤੇ ਇਹਨੂੰ ਅਪਡੇਟ ਕਰਨਾ ਚਾਹੁੰਦਾ। ਤਾਂ ਮੈਂ ਸਿਆਸਤ ਦੇਖੋ, ਅੱਜ ਜਿੰਨਾ ਮਤਲਬ ਇਹ 'ਚ ਹਜ਼ੂਮ ਹੈ, ਜਿੰਨਾ ਤੋਂ ਤੁਸੀਂ ਫੇਸਬੁੱਕ ਦੇ ਉੱਤੇ ਸਿੱਧੂ ਮੂਸੇਵਾਲੇ ਨੂੰ ਸਮਰਥਨ ਮਿਲਦਾ ਦਿਖ ਰਿਹਾ, ਉਹ ਬੰਦਾ ਇਲੈਕਸ਼ਨ ਨਹੀਂ ਸੀ ਹਾਰਨਾ ਚਾਹੀਦਾ। ਦੇਖੋ, ਕੋਈ ਵੀ ਇਲੈਕਸ਼ਨ ਹਾਰਦਾ ਨਾ, ਉਹਦਾ ਦਿਲ ਜ਼ਰੂਰ ਟੁੱਟਦਾ। ਉਹਦੀਆਂ ਤੁਸੀਂ ਵੈਸੇ ਹੀ ਸੇਵਾਵਾਂ ਲੈ ਸਕਦੇ ਸੀਗੇ। ਤੁਸੀਂ ਉਹਨੂੰ MLA ਬਣਾਉਣ ਦੀ ਕੀ ਲੋੜ ਸੀ? ਉਹਨੂੰ MP ਬਣਾ ਲੈਂਦੇ। ਉਹਦੀ ਤੁਸੀਂ ਗਵਾਹੀ ਦੇ ਵਿੱਚ 4-5 MLAs ਨੂੰ ਜਿਹੜੇ ਇਸ ਜ਼ਿਲ੍ਹੇ ਦੇ ਸੀਗੇ ਉਹਨਾਂ ਨੂੰ ਟਿਕਟਾਂ ਦੇ ਲੈਂਦੇ, ਉਹਦੀ ਡਿਊਟੀ ਲਾਉਂਦੇ ਵੀ ਤੁਸੀਂ ਇਹਦਾ ਪ੍ਰਚਾਰ ਕਰ। ਉਹਨੂੰ ਆਪ ਟਿਕਟ ਕਿਉਂ ਦਿੱਤੀ ਗਈ? ਕਿਉਂਕਿ ਹਰ ਪਾਰਟੀ ਨੂੰ ਆਪਣੀ ਇੱਕ ਸੀਟ ਵਧਾਉਣ ਲਈ, ਤੁਸੀਂ ਬਾਦਲ ਦੇਖੇ ਕਿ ਸਾਰਾ ਟੱਬਰ ਹੀ ਖੜਾ ਹੋਇਆ, ਮਤਲਬ ਆਪ ਕਿਤੋਂ, ਬੇਟਾ ਕਿਤੋਂ, ਮਤਲਬ ਸਾਲਾ ਕਿਤੋਂ, ਉਹਦੀ ਘਰ ਦੀ ਇੱਕ ਸੀਟ, ਮਤਲਬ ਉਹਦੇ ਉੱਤੇ ਪੈਸਾ ਖਰਚ ਕੀਤਾ ਜਾਵੇ। ਧਨਾੜ ਬੰਦੇ ਕਿਹੜੇ ਨੇ ਇਹ ਬੰਦਿਆਂ ਦਾ ਦਿਮਾਗ ਜਿਹੜਾ, ਮਤਲਬ ਉਹਦੀ ਉਮਰ ਕਿੰਨੀ ਸੀ? 29-30 ਸਾਲ ਸੀ ਨਾ। ਉਹਨੂੰ ਕਿਸ ਤਰੀਕੇ ਭਰਮਾਇਆ
ਘੁਮਾਇਆ ਗਿਆ ਕਿ ਤੂੰ ਇਹਦਾ ਹਿੱਸਾ ਬਣ। ਸੱਚਾਈ ਇਹ ਸੀਗੀ ਕਿ ਉਹਨੂੰ ਸਿਰਫ ਮਤਲਬ ਉਹਨੂੰ ਪ੍ਰਚਾਰ ਲਈ ਰੱਖਦੇ, ਉਹਨੂੰ ਚੰਗੇ ਸਾਧਨਾਂ ਲਈ ਰੱਖਦੇ ਵੀ ਮੈਂ ਪੰਜਾਬ ਦੀ ਅਗਵਾਈ ਕਰਨੀ ਹੈ, ਮੈਂ ਯੂਥ ਨੂੰ ਪਿੱਛੇ ਲਾਉਣਾ। ਇੱਕ ਤੁਸੀਂ ਉਹਨੂੰ ਸੀਟ ਦਿੱਤੀ, ਫਿਰ ਤੁਹਾਨੂੰ ਇਹ ਵੀ ਪਤਾ ਕਿ ਕਾਂਗਰਸ ਦੇ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਹੈਗੇ ਸੂਬੇ ਦੇ ਵਿੱਚ। ਕੈਪਟਨ ਅਮਰਿੰਦਰ ਸਿੰਘ ਨੇ ਤੇ ਮਤਲਬ ਤੁਸੀਂ ਪੰਜਾਬੀ 'ਚ ਕਹਿ ਲਓ ਵੀ ਸਾਰਾ ਪੰਜਾਬ ਹੀ ਵਾੜ ਕੇ ਰੱਖ ਦਿੱਤਾ, ਕੱਲੇ ਬੰਦੇ ਦੇ ਦਿਲ ਦੇ ਵਿੱਚ ਉਹ ਲੱਥ ਚੁੱਕਾ ਸੀਗਾ। ਫਿਰ ਉਹਨੂੰ ਟਿਕਟ ਤੁਸੀਂ ਕਿਉਂ ਦਿੱਤੀ ਨਾ, ਉਹਨੂੰ MP ਲੜਾਉਂਦੇ, ਆਪਣੀ ਪਾਰਟੀ ਦੇ ਹਾਲਾਤ ਚੰਗੇ ਹੋਣ ਦੀ ਤੁਸੀਂ ਵੇਟ ਕਰਦੇ। ਮਤਲਬ ਇਹ ਮੈਂ ਇਹਨਾਂ ਪਾਰਟੀਆਂ ਨੂੰ ਵੀ ਕਹਿਣਾ ਕਿ ਆਪਣਾ ਤੇ ਤੁਸੀਂ ਕੜੀ ਘੋਲਣੀ ਹੁੰਦੀ ਹੈ, ਮਤਲਬ ਕੁੱਤੇ ਖਾਣੀ ਕਰਾਉਣੀ ਹੁੰਦੀ, ਕੁੱਕੜ ਖੇਡ ਆਉਣੀ ਹੁੰਦੀ ਹੈ। ਇਹੋ ਜਿਹੇ ਜਿਹੜੇ ਜ਼ਿੰਮੇਵਾਰ ਜਾਂ ਇਹੋ ਜਿਹੇ ਬੰਦੇ ਆਪਣਾ ਨਾਂ ਕਮਾਉਂਦੇ ਨੇ, ਆਪਣੇ ਮਤਲਬ ਸਧਾਰਨ ਪਰਿਵਾਰਾਂ ਚ ਉੱਠ ਕੇ ਐਡੇ ਵੱਡੇ ਮਕਾਮ ਦੇ ਉੱਤੇ ਪਹੁੰਚਦੇ ਨੇ, ਤੇ ਉਹਨੂੰ ਪਹਿਲਾਂ ਤਾਂ ਤੁਹਾਨੂੰ 10 ਸਾਲ ਨਹੀਂ ਚੇਤਾ ਆਇਆ ਵੀ ਉਹਦੇ ਫਾਦਰ ਨੂੰ ਵੀ ਟਿਕਟ ਦਿੱਤੀ ਜਾ ਸਕਦੀ ਹੈ, ਉਹਦੇ ਮਦਰ ਨੂੰ ਵੀ ਟਿਕਟ ਦਿੱਤੀ ਜਾ ਸਕਦੀ ਹੈ। ਵਾਲਾ ਵਧੀਆ ਬਿਲਕੁਲ ਬਹੁਤ ਮਤਲਬ ਹਾਈ ਜਗ੍ਹਾ ਤੇ ਪਹੁੰਚਿਆ, ਤੇ ਫਿਰ ਤੁਸੀਂ ਲੋਕ ਦੇਖਦੇ ਹੋ ਕਿ ਯਾਰ ਇਹ ਮੇਰੇ ਨਾਲ ਆ ਜਾਵੇ, ਮੇਰੇ ਨਾਲ ਆ ਜਾਵੇ। ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਇਹ ਇਹਨਾਂ ਲੋਕਾਂ ਦਾ ਮਨ ਚ ਨਹੀਂ ਹੈਗਾ ਅਕਾਲੀ ਕਾਂਗਰਸ। ਜਿੰਨੇ ਵੀ ਮਤਲਬ ਜ਼ਰੂਰੀ ਨਹੀਂ ਕਿ ਤੁਸੀਂ ਪੋਲਿਟਿਕਸ ਤੁਸੀਂ MP ਬਣੋ, ਇਹ ਤਰੀਕਾ ਨਹੀਂ ਹੈ। ਮੈਂ ਵੀ ਬਾਹਰ ਰਹਿ ਕੇ ਮੈਨੂੰ ਲੱਗੂਗਾ ਕਿ ਚੰਗਾ ਪਲੇਟਫਾਰਮ ਆ ਤਾਂ ਮੈਂ ਉਹਨੂੰ ਜੁਆਇਨ ਕਰੂੰਗਾ। ਪਿਛਲੀ ਵਾਰੀ ਹਰ ਬੰਦੇ ਨੂੰ ਮੈਂ ਲੋਕਾਂ ਨੂੰ, ਨੌਜਵਾਨਾਂ ਨੂੰ ਖਾਸ ਕਰਕੇ ਅਪੀਲ ਕਰਦਾ ਕਿ ਕਈ ਨੌਜਵਾਨ ਮੈਂ ਦੇਖੇ ਆ ਥੜਿਆਂ ਦੇ ਉੱਤੇ ਤਾਸ਼ ਖੇਡ ਲਈ, ਮਤਲਬ ਚੱਕਰ ਲਾ ਲਏ, ਮੋਟਰਸਾਈਕਲ ਤੇ ਗੇੜੀਆਂ ਮਾਰ ਲੀਆਂ। ਮੈਂ ਉਹਨਾਂ ਨੂੰ ਇੱਕ ਅਪੀਲ ਕਰਦਾ ਕਿ ਇੰਨਾ ਟਾਈਮ ਜੇ ਤੁਹਾਡੇ ਕੋਲ ਹੁੰਦਾ ਹੈ ਨਾ, ਇਹ ਸੂਬੇ ਲਈ ਕੁਰਬਾਨੀ ਦਿਓ। ਇੱਕ ਪੀੜ੍ਹੀ ਕੁਰਬਾਨੀ ਮੰਗਦੀ ਹੈ ਇਸ ਸੂਬੇ ਦੀ। ਮਤਲਬ ਤੁਸੀਂ ਲੋਕ ਕੋਈ ਵੀ ਇਸ਼ੂ ਚੁੱਕੋ, ਅੱਜ ਤੁਸੀਂ ਅਖਬਾਰ ਖੋਲੋ, ਤੁਸੀਂ ਫੋਨ ਖੋਲੋ, 1 ਮਿੰਟ 'ਚ ਤੁਹਾਨੂੰ ਇਲਾਕੇ ਦੇ, ਤੁਹਾਡੇ ਸ਼ਹਿਰ ਦੇ ਇਸ਼ੂ ਮਿਲ ਜਾਂਦੇ ਨੇ ਵੀ ਯਾਰ ਇੱਥੇ ਗਲਤ ਹੋ ਗਿਆ, ਇੱਥੇ ਆ ਹੋ ਗਿਆ। ਤੁਸੀਂ ਉੱਥੇ ਜਾ ਕੇ ਆਵਾਜ਼ ਚੁੱਕੋ ਨਾ ਯਾਰ, ਲੋਕ ਤੁਹਾਡਾ ਆਪ ਸਾਥ ਦੇਣਗੇ, ਲੋਕ ਤੁਹਾਨੂੰ ਪਿਆਰ ਵੀ ਕਰਨਗੇ ਔਰ ਲੋਕ ਤੁਹਾਨੂੰ ਆਪਣਾ ਲੀਡਰ ਵੀ ਮੰਨਣਗੇ। ਤੁਸੀਂ ਲੀਡਰ ਬਣਨਾ ਕੋਈ ਔਖਾ ਨਹੀਂ ਹੈ। ਤੁਸੀਂ ਇੱਕ PN ਦੀ ਨੌਕਰੀ ਲੈਣੀ ਹੋਵੇ ਤੇ 4-5 ਤੁਹਾਡੇ ਟੈਸਟ ਹੁੰਦੇ ਨੇ, ਫਿਜ਼ੀਕਲੀ, ਮੈਂਟਲੀ, ਐਜੂਕੇਸ਼ਨ, ਮਤਲਬ ਤੁਹਾਡਾ ਮੈਡੀਕਲ ਚੈੱਕਅਪ ਤੇ ਤੁਹਾਡਾ ਕਰੈਕਟਰ ਤੱਕ, PCC ਤੱਕ ਤੁਹਾਡੀ ਚੈੱਕ ਕੀਤੀ ਜਾਂਦੀ ਹੈ ਕਿ ਪੁਲਿਸ ਕਲੀਅਰੈਂਸ ਸਰਟੀਫਿਕੇਟ। ਤੇ ਜੇ ਕਿਸੇ ਨੇ ਨੇਤਾ ਬਣਨਾ, ਜੇ ਕਿਸੇ ਨੇ MLA ਬਣਨਾ, ਤੇ ਨਾ ਤੁਹਾਨੂੰ ਕੋਈ ਪੁਲਿਸ ਕਲੀਅਰੈਂਸ ਦੀ ਲੋੜ, ਭਾਵੇਂ ਤੁਹਾਡੇ ਤੇ 20 ਪਰਚੇ ਹੋਣ। ਇਹਨਾਂ ਦੀ ਮੈਂ ਸਾਰੀ ਡਿਟੇਲ ਕੱਢੀ ਆਮ ਆਦਮੀ ਪਾਰਟੀ ਵਾਲਿਆਂ ਦੀ। 60 MLA ਦੇ ਉੱਤੇ ਕ੍ਰਿਮੀਨਲ ਪਰਚੇ ਨੇ ਯਾਰ। ਤੁਸੀਂ ਲਾ ਐਂਡ ਆਰਡਰ ਠੀਕ ਕਰੋਗੇ? ਨਾ ਤੁਹਾਡੀ ਕੋਈ ਪੜ੍ਹਾਈ ਚੈੱਕ ਕਰੇ, ਨਾ ਤੁਹਾਡਾ ਕੋਈ ਮੈਡੀਕਲ ਚੈੱਕ ਕਰੇ ਵੀ ਯਾਰ 5 ਸਾਲ ਲਈ ਤੁਹਾਨੂੰ ਚੁਣਿਆ, ਤੁਸੀਂ 5 ਸਾਲ ਕੱਢਣੇ ਵੀ ਹੈਗੇ ਕਿ ਮਰ ਜਾਣਾ। ਫਿਰ ਇੰਨੀ ਸੌਖੀ ਤੇ ਇੰਨੀ ਸਹੂਲਤ ਹੈ ਇਸ ਸਿਆਸਤ ਦੇ ਵਿੱਚ, ਤੇ ਨੌਜਵਾਨਾਂ ਦਾ ਹਿੱਸਾ ਕਿਉਂ ਨਹੀਂ ਬਣਦੇ? ਕਿਉਂ ਇਹਨਾਂ ਲੋਕਾਂ ਵੱਲ ਅਸੀਂ ਝਾਕਦੇ ਹਾਂ? ਕਿਉਂ ਇਹਨਾਂ ਦੀ ਗਵਾਹੀ ਦੇ ਵਿੱਚ ਜਿਹੜੇ ਆਪ ਹੀ ਠੱਗ ਨੇ ਉਹਨਾਂ ਦੀ ਗਵਾਹੀ ਨੂੰ ਅਸੀਂ ਕਬੂਲਦੇ ਹਾਂ? ਸੋ ਮੇਰੀ ਨੌਜਵਾਨਾਂ ਨੂੰ ਅਪੀਲ ਹੈ ਕਿ ਹਰ ਬੰਦੇ ਨੂੰ, ਮਤਲਬ ਸ਼ਹੀਦ ਭਗਤ ਸਿੰਘ ਦੇ ਉਹ ਤੇ ਅਸੀਂ ਬਣ ਨਹੀਂ ਸਕਦੇ, ਪਰ ਉਹਦੇ ਕਦਮਾਂ ਦੇ ਉੱਤੇ, ਉਹਦੀ ਸੋਚ ਦੇ ਉੱਤੇ ਤੇ ਚੱਲਣਾ ਪਊਗਾ ਨਾ। ਕਿੰਨੀ ਤੁਸੀਂ ਬੇਪੱਤੀ ਆਪਣੇ ਬਜ਼ੁਰਗਾਂ ਦੀ ਥਾਣਿਆਂ 'ਚ, ਮਾਵਾਂ ਭੈਣਾਂ ਦੀ ਤੁਸੀਂ ਮਤਲਬ ਇੱਜ਼ਤਾਂ ਰੁਲਦੀਆਂ ਤੱਕ ਤੁਸੀਂ ਵੇਖਦੇ ਹੋ, ਤੇ ਕਦੋਂ ਯਾਰ ਤੁਹਾਡਾ ਖੂਨ ਖੋਲੂਗਾ? ਕਦੋਂ ਤੁਹਾਡਾ? ਅੱਜ ਵੀ ਤੁਹਾਡੇ ਇਸ ਇਲਾਕੇ ਦੇ ਵਿੱਚ ਕੀ ਹੋਇਆ? ਮੈਂ ਵੀ ਉੱਥੋਂ ਦੇਖੋ ਅੰਮ੍ਰਿਤਸਰੋਂ, ਮੇਰਾ ਜਾਤੀ ਫਰਜ਼ ਸੀਗਾ, ਮੈਂ ਕਦੀ ਕੋਈ ਮਿਲਿਆ ਨਹੀਂ ਸੀਗਾ, ਮੇਰਾ ਕੋਈ ਉਹਦੇ ਨਾਲ ਕੋਈ ਨੇੜ ਨਹੀਂ ਸੀਗਾ, ਪਰ ਮੈਨੂੰ ਇਹ ਹੈ ਕਿ ਉਹ ਪੰਜਾਬ ਦਾ ਪੁੱਤ ਸੀਗਾ ਯਾਰ। ਉਹਦਾ ਨਾਂ ਸੀਗਾ ਦੁਨੀਆ ਭਰ ਦੇ ਵਿੱਚ। ਜੇ ਮੈਨੂੰ ਕੋਈ 100-50 ਬੰਦਾ ਜਾਣਦਾ ਹੋਊਗਾ ਤਾਂ ਉਹਨੂੰ ਲੱਖਾਂ ਕਰੋੜਾਂ ਜਾਣਦੇ ਸੀਗੇ, ਤੇ ਉਹਨੂੰ ਸਾਂਭ ਕੇ ਰੱਖਣਾ ਚਾਹੀਦਾ ਸੀਗਾ ਪੰਜਾਬੀਆਂ ਨੂੰ। ਇਸ ਸਰਕਾਰ ਦਾ ਫਰਜ਼ ਬਣਦਾ ਸੀ ਉਹਨੂੰ ਸਾਂਭ ਕੇ ਰੱਖਦੀ। ਮੈਂ ਵੀ ਇੱਥੇ, ਮੈਂ ਉਸ ਪਰਿਵਾਰ ਦਾ ਮਤਲਬ ਦੁੱਖ ਘਟਾ ਨਹੀਂ ਸਕਦਾ ਜਿਹਦਾ ਜਾਂਦਾ। ਮੈਂ ਆਪਣੇ ਵੱਲੋਂ ਦੁੱਖ ਸਾਂਝਾ ਕਰਨ ਆਇਆ, ਮਤਲਬ ਉਹਦੇ ਫਾਦਰ ਨੂੰ ਮੈਂ ਮਿਲਿਆ ਤੇ ਮੈਨੂੰ ਲੱਗਾ ਕਿ ਮੇਰਾ ਜਿਹੜਾ ਜਾਤੀ ਤੌਰ ਤੇ ਫਰਜ਼ ਹੈ ਉੱਥੇ ਜਾਣਾ, ਇਸ ਕਰਕੇ ਮੈਂ ਇੱਥੇ ਆਇਆ। ਫਾਦਰ ਨੂੰ ਮਿਲੇ ਹੋ, ਮਦਰ ਨੂੰ ਮਿਲੇ ਹੋ, ਪਰਿਵਾਰ ਦੇ ਕਿਸ ਤਰੀਕੇ ਦੇ ਹਾਲਾਤ ਨੇ? ਜਿਸ ਪਰਿਵਾਰ ਦਾ ਇੱਕ 30 ਸਾਲ ਦਾ 29 ਸਾਲ ਦਾ ਬੇਟਾ ਚਲ ਗਿਆ, ਉਹਦੇ ਕੋਲੋਂ ਹਾਲਾਤ ਉਹਦੇ ਪੁੱਛੇ ਤੇ ਨਹੀਂ ਜਾ ਸਕਦੇ। ਸਾਨੂੰ ਆਪ ਨੂੰ ਹੀ ਉਹਦਾ ਸੋਚ ਲੈਣਾ ਚਾਹੀਦਾ, ਅੰਦਾਜ਼ਾ ਲਾ ਲੈਣਾ ਚਾਹੀਦਾ ਕਿ ਕੀ ਉਸ ਪਰਿਵਾਰ ਦੇ ਹਾਲਾਤ ਹੋਣਗੇ। ਫਿਰ ਉਹ ਕੋਈ ਨਕੰਮਾ ਮੁੰਡਾ ਤੇ ਹੈ ਨਹੀਂ ਸੀਗਾ ਕਿ ਕੋਈ ਨਸ਼ੇੜੀ ਸੀਗਾ ਵੀ ਪਰਿਵਾਰ ਨੂੰ ਦੁੱਖ ਘੱਟ ਹੋਊਗਾ ਯਾਰ ਕਿ ਚੱਲ ਇਹ ਕੰਮ ਹੀ ਗਲਤ ਕਰਦਾ ਸੀਗਾ। ਇੰਨਾ ਨਾਂ ਜਿਸ ਬੰਦੇ ਦਾ ਹੋਵੇ, ਜਿਹਦੇ ਅੱਜ ਦੇਖੋ ਤੁਸੀਂ ਸੰਜੇ ਦੱਤ ਉਹਦੇ ਉੱਤੇ ਮਤਲਬ ਪੋਸਟ ਲਿਖ ਰਿਹਾ, ਅਨਿਲ ਕਪੂਰ, ਦੇਸ਼ ਦੀਆਂ ਵੱਡੀਆਂ ਹਸਤੀਆਂ ਜਿਹੜੇ ਮਤਲਬ ਸੈਲੀਬ੍ਰਿਟੀ ਨੇ, ਉਹ ਲੋਕ ਉਹਦੇ ਉੱਤੇ ਪੋਸਟ ਲਿਖ ਰਹੇ ਨੇ, ਤੇ
ਉਸ ਪਰਿਵਾਰ ਦਾ ਆਮ ਕਿਸੇ ਦੇ ਬੱਚੇ ਦੇ ਜਾਣ ਨਾਲੋਂ ਤਾਂ ਮੈਂ ਕਹੂੰਗਾ 100 ਗੁਣਾ ਜਿਹੜਾ ਦੁੱਖ ਜ਼ਿਆਦਾ ਹੋਊਗਾ ਕਿ ਇੰਨਾ ਨਾ ਉਸ ਬੰਦੇ ਨੇ ਆਪਣੇ ਬਾਪ ਨੂੰ ਉਹ ਹਰ ਥਾਂ ਦੇ ਉੱਤੇ ਪਹਿਲ ਦਿੰਦਾ ਸੀਗਾ। ਉਹਦੇ ਫਾਦਰ ਨਾਲ ਉਹਦਾ ਮੈਂ ਪਿਆਰ ਦੇਖਦਾ ਰਿਹਾ, ਆਪਣੇ ਮਦਰ ਨੂੰ ਉਹਨੇ ਇਸ ਇਲਾਕੇ ਦੀ ਸੇਵਾ ਲਈ ਸਰਪੰਚ ਬਣਾਇਆ। ਉਹਦੇ ਮਨ 'ਚ ਇੱਕ ਜਜ਼ਬਾ ਸੀਗਾ ਔਰ ਜੇ ਲੋਕਾਂ ਨੂੰ ਇਲੈਕਸ਼ਨ 'ਚ ਹਰਾਇਆ ਤੇ ਉਹਦੀ ਕੋਈ ਬਹੁਤੀ ਕਦਰ ਨਹੀਂ ਕੀਤੀ। ਮੈਂ ਤੇ ਮੇਰੇ ਨਾਲ ਉਹਦਾ ਕਿਤੇ ਯਾਰਾਨਾ ਜਾਂ ਮੇਰੀ ਸਲਾਹ ਹੁੰਦੀ ਤੇ ਮੈਨੂੰ ਕਦੀ ਵੀ ਨਾ ਕਹਿੰਦਾ ਕਿ ਤੂੰ ਇਹਨਾਂ ਵੱਲੋਂ ਕੋਈ ਇਲੈਕਸ਼ਨ ਲੜਨਾ, ਇਹਨਾਂ ਦੇ ਤੇ ਆਪਣੇ ਸਾਰ ਚੰਗੇ ਨਹੀਂ, ਤੈਨੂੰ ਵਰਤਿਆ ਜਾ ਰਿਹਾ ਵਾ। ਪਰ ਉਸ ਬੰਦੇ ਦੇ ਅੰਦਰ ਇੱਕ ਜਜ਼ਬਾ ਸੀ ਨਾ, ਉਹਨੂੰ ਲੋਕਾਂ ਦੇ ਉੱਤੇ ਮਾਣ ਸੀਗਾ ਕਿ ਸ਼ਾਇਦ ਮੈਂ ਜਿੱਤ ਜਾਣਾ ਤੇ ਮੈਂ ਵੱਧ ਚੜ ਕੇ ਜਿਹੜੀ ਲੋਕਾਂ ਦੀ ਸੇਵਾ ਕਰੂੰਗਾ। ਉਹ ਅਰਮਾਨ ਉਹ ਵੀ ਆਪਣੇ ਨਾਲ ਹੀ ਦਿਲ ਦੇ ਵਿੱਚ ਲੈ ਕੇ ਚਲੇ ਗਿਆ। ਔਰ ਉਸ ਪਰਿਵਾਰ ਦਾ ਮੈਂ ਤੁਹਾਨੂੰ ਫੇਰ ਕਹਿ ਰਿਹਾ ਕਿ ਆਮ ਜੇ ਘਰਾਂ ਦੇ ਵਿੱਚੋਂ ਵੀ ਕਿਸੇ ਦੇ ਪੁੱਤ ਦੀ ਡੈਥ ਹੋ ਜੇ, ਜਿਹੜਾ ਬੱਚਾ ਹੀ ਨਿਕੰਮਾ ਹੋਵੇ, ਮਤਲਬ ਜਿਹੜਾ ਆਪ ਹੀ ਮਤਲਬ ਜਿਹਨੂੰ ਫੜ ਕੇ ਬੰਨਿਆ ਹੋਵੇ ਨਸ਼ੇ ਦੇ ਕਰਕੇ, ਦੁੱਖ ਤੇ ਉਹਦਾ ਵੀ ਮਾਂ-ਬਾਪ ਨੂੰ ਬੜਾ ਹੁੰਦਾ ਤੇ ਉਸ ਬੰਦੇ ਨੂੰ ਤੇ ਦੁਨੀਆ ਪਸੰਦ ਕਰਦੀ ਸੀ। ਔਰ ਐਡੇ ਵੱਡੇ ਲੋਕ